ਚੰਡੀਗੜ੍ਹ ਟਰਾਈ ਸਿਟੀ ਦੇ ਵਿੱਚ ਦੇਖਿਆ ਗਿਆ ਕਿ ਵੱਡੇ ਪੱਧਰ ਤੇ ਕੈਬ ਤੇ ਆਟੋ ਦੇ ਵੱਲੋਂ ਹੜਤਾਲ ਕੀਤੀ ਗਈ, ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। 7 ਸਾਲਾਂ ਦੇ ਵਿੱਚ 550 ਰੁਪਏ ਗੈਸ ਦਾ ਸਿਲੰਡਰ ਵੱਧ ਗਿਆ। ਬਿਲਕੁਲ। ਉਸ ਵੇਲੇ ਡੀਜ਼ਲ ਪੈਟਰੋਲ 58 ਰੁਪਏ ਸੀ ਔਰ ਡੀਜ਼ਲ ਤਕਰੀਬਨ 42-43 ਰੁਪਏ ਦੇ ਵਿੱਚ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੁਸੀਂ ਮਨ ਕੀ ਬਾਤ ਆਪਣੀ ਤਾਂ ਬਹੁਤ ਕਰ ਲਈ, ਪਰ ਭਾਰਤ ਵਾਸੀਆਂ ਦੇ ਮਨ ਕੀ ਬਾਤ ਵੀ ਸੁਣੋ ਜੀ। ਬਿਲਕੁਲ। ਜੇ ਭਾਰਤ ਵਾਸੀਆਂ ਦੇ ਮਨ ਕੀ ਬਾਤ ਨਹੀਂ ਸੁਣੋਗੇ ਤਾਂ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ ਹੁੰਦੀ, ਇਹ ਕਿਸੇ ਸਟੇਜ ਤੇ ਜਾ ਕੇ ਉਲਟ ਵੀ ਪੈ ਜਾਂਦੀ ਹੁੰਦੀ ਹੈ। ਚਲੋ ਜੀ, ਗੱਲਬਾਤ ਕਰਾਂਗੇ ਕਿ ਸੰਸਦ ਮੈਂਬਰ ਪਰਨੀਤ ਕੌਰ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਪੱਤਰ ਲਿਖਿਆ, ਜਿਸ ਦੇ ਵਿੱਚ ਉਹਨਾਂ ਨੇ ਕਣਕ ਦੀ ਝਾੜ ਦੇ ਵਿੱਚ ਆਈ ਕਮੀ ਨੂੰ ਲੈ ਕੇ ਕਿਸਾਨਾਂ ਨੂੰ ਮੁਆਵਜ਼ੇ ਦੀ ਮੰਗ ਕੀਤੀ ਹੈ। ਇਹ ਤਾਪਮਾਨ ਦਾ ਅਗਾਊਂ ਵੱਧ ਜਾਣਾ ਉਸ ਕਰਕੇ ਹੈ। ਮਾਰਚ ਦੇ ਵਿੱਚ ਤਾਪਮਾਨ ਦਾ ਰਿਕਾਰਡ 122 ਸਾਲ ਪੁਰਾਣਾ ਟੁੱਟ ਗਿਆ। ਜਿਹੜਾ ਮੌਸਮ ਅਪ੍ਰੈਲ ਦੇ ਪਹਿਲੇ ਹਫ਼ਤੇ 'ਚ ਜਾ ਕੇ ਹੁੰਦਾ ਹੈ ਉਹ 10 ਮਾਰਚ ਦੇ ਆਸ-ਪਾਸ ਜਾ ਵਧਿਆ। ਇਹਦਾ ਨੁਕਸਾਨ ਕੀ ਹੋਇਆ? ਕਣਕਾਂ ਦਾ ਝਾੜ ਘਟਿਆ। ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਸਤਵੀਰ ਸਿੰਘ ਬਾਲੀਆ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ, ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਮੋਰਚੇ ਦੀ ਹੋਂਦ ਇਸੇ ਤਰ੍ਹਾਂ ਬਰਕਰਾਰ ਰਹੇਗੀ ਤੇ ਕਿਸਾਨਾਂ ਦੇ ਮੁੱਦਿਆਂ ਤੇ ਇਸੇ ਤਰ੍ਹਾਂ ਸੰਘਰਸ਼ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ। ਲੇਕਿਨ ਜਿਹੜੀਆਂ 16 ਕਿਸਾਨ ਜਥੇਬੰਦੀਆਂ ਨੇ, ਇਹਨਾਂ ਨੇ ਸੰਯੁਕਤ ਸਮਾਜ ਮੋਰਚੇ ਨਾਲੋਂ ਆਪਣਾ ਨਾਤਾ ਤੋੜ ਲਿਆ। ਉਹਦੇ ਵਿੱਚ ਕਿਹੜੇ-ਕਿਹੜੇ ਨੇ ਨਜ਼ਰ ਆ ਰਿਹਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਕਿਸਾਨੀ ਦੇ ਉੱਤੇ ਫਿਰ ਮੋਰਚਾ ਲੱਗ ਸਕਦਾ ਹੈ, ਕਿਉਂਕਿ ਸਰਕਾਰ ਗੰਭੀਰ ਨਹੀਂ। ਕਿਸਾਨਾਂ ਦੀ ਮੰਗ ਸੀ ਕਿ ਇਹਨਾਂ ਨੇ 2013 ਚ ਕਿਹਾ ਸੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ, ਉਹ ਦੁੱਗਣੀ ਤਾਂ ਹੋਈ ਨਹੀਂ। ਰਾਹੁਲ ਗਾਂਧੀ ਦਾ ਵੀ ਇੱਕ ਬਿਆਨ ਸਾਹਮਣੇ ਆਇਆ, ਜਿਨ੍ਹਾਂ ਨੇ ਸਿੱਧੇ ਤੌਰ ਤੇ ਬੀਜੇਪੀ ਤੇ ਨਿਸ਼ਾਨੇ ਸਾਧੇ ਨੇ। ਉਹਨਾਂ ਦਾ ਕਹਿਣਾ ਹੈ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਤੇ ਬੁਲਡੋਜ਼ਰ ਚਲਾਉਣਾ ਚਾਹੀਦਾ, ਪਰ ਬੀਜੇਪੀ ਦੇ ਬੁਲਡੋਜ਼ਰ ਤੇ ਨਫ਼ਰਤ ਸਵਾਰ ਹੈ। ਕਿ ਬੀਜੇਪੀ ਹਰ ਖੇਤਰ ਦੇ ਵਿੱਚ, ਦਿੱਲੀ ਯੂਨੀਵਰਸਿਟੀ ਹੋਵੇ, ਯੂਪੀ ਹੋਵੇ, ਬਿਹਾਰ ਹੋਵੇ, ਕੋਈ ਹੋਰ ਰਾਜ ਹੋਵੇ, ਆ ਤਾਜ਼ਾ ਸਥਿਤੀ ਤੁਸੀਂ ਲਖੀਮਪੁਰ ਖੀਰੀ ਦੀ ਦੇਖ ਲਈ ਹੈ, ਜਿੱਥੇ ਗਵਾਹ ਹਰਦੀਪ ਸਿੰਘ ਦੇ ਉੱਤੇ ਹਮਲਾ ਕੀਤਾ ਗਿਆ। ਲਖੀਮਪੁਰ ਖੀਰੀ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿੱਥੇ ਦੋਸ਼ੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਦੇਖਿਆ ਜਾ ਰਿਹਾ ਕਿ ਜਿਹੜੇ ਇਸ ਦੇ ਗਵਾਹ ਨੇ ਉਹ ਵੀ ਕਿਤੇ ਨਾ ਕਿਤੇ ਹੁਣ ਸੁਰੱਖਿਅਤ ਨਹੀਂ ਜਾਪਦੇ। ਹਾਲ ਹੀ ਦੇ ਵਿੱਚ ਇੱਕ ਗਵਾਹ ਦੇ ਉੱਤੇ ਹਮਲਾ ਕੀਤਾ ਗਿਆ, ਜਿਸ ਦੀ ਤਸਵੀਰ ਵਕੀਲ ਦੇ ਵੱਲੋਂ ਆਪਣੇ ਸੋਸ਼ਲ ਅਕਾਊਂਟ ਤੇ ਸ਼ੇਅਰ ਕੀਤੀ ਗਈ ਹੈ। ਉਹ ਕਹਿੰਦਾ ਵੀ 2 ਕਾਰਾਂ ਦੇ ਵਿੱਚ ਬੰਦੇ ਆਉਂਦੇ ਆ, ਉਹਨੇ ਸ਼ਬਦ ਵਰਤਿਆ ਕਿ ਬੀਜੇਪੀ ਦੇ ਕਥਿਤ ਗੁੰਡੇ ਆ, ਸਾਨੂੰ ਨਹੀਂ ਪਤਾ ਕੌਣ ਹੈ। ਉਹ ਕਹਿੰਦੇ ਵੀ ਜੇ ਤੂੰ ਗਵਾਹੀ ਦਿੱਤੀ ਤੇ ਫਿਰ ਤੂੰ ਦੇਖੀ ਤੇਰੇ ਨਾਲ ਵਾਪਰਦਾ ਕੀ ਹੈ। ਮਾਨਯੋਗ ਸੁਪਰੀਮ ਕੋਰਟ ਕਹਿ ਚੁੱਕੀ ਹੈ ਯੂਪੀ ਦੀ ਸਰਕਾਰ ਨੂੰ ਕਿ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਆ ਯਕੀਨੀ ਹੈ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ੇ ਨੂੰ ਲੈ ਕੇ ਚਰਚਾ ਕਰਦੇ ਹਾਂ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ, ਜਿਸ ਤੇ ਗੱਲਬਾਤ ਕਰਾਂਗੇ ਚੰਡੀਗੜ੍ਹ ਨੂੰ ਲੈ ਕੇ। ਚੰਡੀਗੜ੍ਹ ਟਰਾਈ ਸਿਟੀ ਦੇ ਵਿੱਚ ਕੈਬ ਤੇ ਆਟੋ ਦੇ ਵੱਲੋਂ ਅੱਜ ਹੜਤਾਲ ਕੀਤੀ ਗਈ, ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ। ਲਗਾਤਾਰ ਦੇਖਿਆ ਜਾ ਰਿਹਾ ਕਿ ਹੁਣ ਜਿਹੜੇ ਉਹ ਗਵਾਹ ਨੇ ਉਹਨਾਂ ਤੇ ਹਮਲੇ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਸੰਸਦ ਮੈਂਬਰ ਪਰਨੀਤ ਕੌਰ ਨੂੰ ਲੈ ਕੇ, ਜਿਨ੍ਹਾਂ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਪੱਤਰ ਲਿਖਿਆ, ਜਿਹੜੇ ਕਿ ਝੋਨੇ ਦੀ ਕਮੀ ਆਈ ਹੈ, ਘਾਟ ਆਈ ਹੈ, ਉਸ ਨੂੰ ਲੈ ਕੇ ਉਹਨਾਂ ਨੇ ਮੰਗ ਕੀਤੀ ਹੈ, ਜਿਸ ਕਰਕੇ ਉਹਨਾਂ ਇਹ ਪੱਤਰ ਲਿਖਿਆ ਗਿਆ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਹੋਰ ਵੀ ਕਈ ਅਹਿਮ ਮੁੱਦਿਆਂ ਨੂੰ ਲੈ ਕੇ। ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ ਰੀਨਾ ਜੀ। ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਕਿ ਅੱਜ ਚੰਡੀਗੜ੍ਹ ਟਰਾਈ ਸਿਟੀ ਦੇ ਵਿੱਚ ਦੇਖਿਆ ਗਿਆ ਕਿ ਵੱਡੇ ਪੱਧਰ ਤੇ ਕੈਬ ਤੇ ਆਟੋ ਦੇ ਵੱਲੋਂ ਹੜਤਾਲ ਕੀਤੀ ਗਈ, ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਇਹ ਐਲਾਨ ਪਹਿਲਾਂ ਕਰਤਾ ਸੀ ਕਿ ਲਗਾਤਾਰ ਕੇਂਦਰ ਸਰਕਾਰ ਵੱਲੋਂ CNG, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੱਡਾ ਵਾਧਾ ਕਰ ਦਿੱਤਾ ਗਿਆ। ਲੋਕ ਇਹ ਪੁੱਛਦੇ ਨੇ ਕਿ ਜਦੋਂ 2013 ਦੇ ਵਿੱਚ ਘਰੇਲੂ ਸਿਲੰਡਰ ਦੀ ਕੀਮਤ 50 ਰੁਪਏ ਦਾ ਵਾਧਾ ਕੀਤਾ ਗਿਆ ਸੀ, 400 ਤੋਂ 450 ਰੁਪਏ ਲਿਆਂਦਾ ਗਿਆ ਸੀ, ਤਾਂ ਤੁਹਾਡੀ ਕੇਂਦਰੀ ਮੰਤਰੀ ਬੀਬੀ ਸਿਮਰਤੀ ਰਾਣੀ ਨੇ ਸਿਰ ਤੇ ਸਿਲੰਡਰ ਚੱਕ ਕੇ
ਪੂਰੇ ਭਾਰਤ ਦੇ ਵਿੱਚ ਕਾਂਗਰਸ ਦੇ ਵਿਰੁੱਧ ਭੰਗੜੇ ਪਾਏ ਸੀ ਜੀ। ਤੇ ਅੱਜ 7 ਸਾਲਾਂ ਦੇ ਵਿੱਚ 550 ਰੁਪਇਆ ਗੈਸ ਦਾ ਸਿਲੰਡਰ ਵੱਧ ਗਿਆ। ਬਿਲਕੁਲ। ਉਸ ਵੇਲੇ ਪੈਟਰੋਲ 58 ਕੁ ਰੁਪਏ ਸੀ ਔਰ ਡੀਜ਼ਲ ਤਕਰੀਬਨ 42-43 ਰੁਪਏ ਦੇ ਵਿੱਚ ਸੀ ਤੇ ਅੱਜ ਪੈਟਰੋਲ 100 ਨੂੰ ਪਾਰ ਕਰ ਗਿਆ, ਡੀਜ਼ਲ ਵੀ 100 ਦੇ ਨੇੜੇ ਜਾ ਪਹੁੰਚਿਆ। 137 ਦਿਨ ਜਦੋਂ ਚੋਣਾਂ ਸੀ 5 ਰਾਜਾਂ ਦੀਆਂ ਤਾਂ ਇਹਨੂੰ ਨਹੀਂ ਵਧਾਇਆ। ਹੁਣ ਵਧਾਇਆ ਕਿੰਨਾ 10-10 ਰੁਪਏ ਜੀ, ਕਿਉਂਕਿ ਕੇਂਦਰ ਸਰਕਾਰ ਨੇ ਸਤੰਬਰ ਅਕਤੂਬਰ ਦੇ ਨੇੜੇ 10 ਰੁਪਏ ਤੇ 5 ਰੁਪਏ ਪੈਟਰੋਲੀਅਮ ਵਸਤਾਂ ਦੇ ਵਿੱਚ ਕਟੌਤੀ ਕੀਤੀ ਸੀ, ਡੀਜ਼ਲ ਤੇ ਪੈਟਰੋਲ ਤੇ। ਲੇਕਿਨ ਚੋਣਾਂ ਖਤਮ ਹੋਈਆਂ ਜੀ, 10-10 ਰੁਪਏ ਵਧਾਤਾ। ਭਾਵ ਇੱਕ ਤੇ 5 ਰੁਪਏ ਘਟਾਏ ਸੀ, ਇੱਕ ਤੇ 10 ਰੁਪਏ ਘਟਾਏ ਸੀ ਜੀ। ਉਹਨਾਂ ਨੇ ਪੈਟਰੋਲ ਤੇ 5 ਰੁਪਏ ਤੇ ਡੀਜ਼ਲ ਤੇ 10 ਰੁਪਏ ਘਟਾਏ ਸੀ। ਪੰਜਾਬ ਸਰਕਾਰ ਨੇ ਰਾਹਤ ਦਿੱਤੀ ਸੀ, ਪੈਟਰੋਲ ਤੇ 10, ਡੀਜ਼ਲ ਤੇ 5 ਰੁਪਏ ਘਟਾਏ ਸੀ। ਦੂਰੀ ਰਾਹਤ ਮਿਲ ਗਈ ਸੀ। ਲੇਕਿਨ ਹੁਣ ਜਦੋਂ ਚੋਣਾਂ ਲੰਘ ਗਈਆਂ ਤੇ 10 ਰੁਪਏ ਉਧਰ 10 ਰੁਪਏ ਉਧਰ, ਭਾਅ ਜਿਹੜਾ ਪੈਟਰੋਲ ਦਾ ਭਾਅ ਸੀ ਉਹ 10 ਰੁਪਏ ਵੱਧ ਗਿਆ, ਡੀਜ਼ਲ ਵੀ 10 ਰੁਪਏ ਵੱਧ ਗਿਆ। ਜਿਹੜਾ 5 ਰੁਪਏ ਘਟਾਇਆ ਸੀ ਕੇਂਦਰ ਨੇ, ਉਹਦੀ ਥਾਂ ਦੇ ਉੱਤੇ 10 ਰੁਪਏ ਵਧਾ ਦਿੱਤਾ ਗਿਆ। CNG ਦੁੱਗਣੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਜਿਹੜਾ ਵਪਾਰਕ ਸਿਲੰਡਰ ਹੈ ਜੀ, ਉਹ ਇਹ ਸਰਕਾਰ ਦੇ ਆਉਣ ਤੋਂ ਪਹਿਲਾਂ 1000 ਰੁਪਏ ਦੇ ਨੇੜੇ ਤੇੜੇ ਸੀ, ਜਿਹੜਾ ਹੁਣ 2500 ਰੁਪਏ ਨੂੰ ਮਿਲ ਰਿਹਾ ਹੈ। ਇਹ ਚਾਰੇ ਪਾਸੇ ਜਿਹੜੀ ਮਹਿੰਗਾਈ ਵਧੀ ਹੈ, ਉਹਨੂੰ ਲੈ ਕੇ ਜਿਹੜੇ ਕੈਬ ਤੇ ਆਟੋ ਚਾਲਕ ਸੀ, ਉਹਨਾਂ ਨੇ ਅੱਜ ਪੂਰਾ ਦਿਨ ਚੰਡੀਗੜ੍ਹ ਦੇ ਵਿੱਚ ਹੜਤਾਲ ਰੱਖੀ। ਉਹਦੇ ਨਾਲ ਜਿਹੜੇ ਦੂਰ ਦੁਰਾਡੇ ਤੋਂ ਲੋਕ ਚੰਡੀਗੜ੍ਹ ਦੇ ਵਿੱਚ ਜਾਂਦੇ ਆ, ਲੋਕਲ ਤੌਰ ਦੇ ਉੱਤੇ ਜਾਂਦੇ ਆ, ਉਹ ਸਾਰੇ ਜਿਹੜੇ ਆ ਉਹਨਾਂ ਦਾ ਵੱਡੀ ਪੱਧਰ ਦੇ ਉੱਤੇ ਨੁਕਸਾਨ ਹੋਇਆ। ਲੋਕਾਂ ਦਾ ਨੁਕਸਾਨ ਇਹ ਹੋਇਆ ਕਿ ਉਹਨਾਂ ਨੂੰ ਅੱਜ ਨਾ ਆਟੋ ਮਿਲਿਆ ਤੇ ਨਾ ਕੈਬ, ਉਹਨਾਂ ਨੂੰ ਸਰਕਾਰੀ ਬੱਸਾਂ ਜਾਂ ਹੋਰਨਾਂ ਸਾਧਨਾਂ ਦੇ ਜ਼ਰੀਏ ਜਾਣਾ ਪਿਆ। ਲੋਕ ਔਖੇ ਹੋਏ। ਉਹਨਾਂ ਦੀ ਐਸੋਸੀਏਸ਼ਨ ਦੇ ਜਿਹੜੇ ਪ੍ਰਮੁੱਖ ਆਗੂ ਨੇ, ਉਹਨਾਂ ਨੇ ਲੋਕਾਂ ਤੋਂ ਇਸ ਜਿਹੜੀ ਉਹਨਾਂ ਨੂੰ ਅਸੁਵਿਧਾ ਹੋਈ ਹੈ, ਉਹਨਾਂ ਨੂੰ ਸਮੱਸਿਆ ਆਈ ਹੈ ਜਾਣ ਦੀ, ਉਹਦੀ ਮਾਫੀ ਵੀ ਮੰਗੀ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ, ਤੁਸੀਂ ਮਨ ਕੀ ਬਾਤ ਆਪਣੀ ਤਾਂ ਬਹੁਤ ਕਰ ਲਈ, ਪਰ ਭਾਰਤ ਵਾਸੀਆਂ ਦੇ ਮਨ ਕੀ ਬਾਤ ਵੀ ਸੁਣੋ ਜੀ। ਬਿਲਕੁਲ, ਜੇ ਭਾਰਤ ਵਾਸੀਆਂ ਦੇ ਮਨ ਕੀ ਬਾਤ ਨਹੀਂ ਸੁਣੋਗੇ ਤਾਂ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ ਹੁੰਦੀ, ਇਹ ਕਿਸੇ ਸਟੇਜ ਤੇ ਜਾ ਕੇ ਉਲਟ ਵੀ ਪੈ ਜਾਂਦੀ ਹੁੰਦੀ ਹੈ। ਸੋ ਅੱਜ ਜਿਹੜਾ ਲੋਕਾਂ ਨੂੰ ਇਹਦਾ ਕਾਫੀ ਖਮਿਆਜਾ ਭੁਗਤਣਾ ਪਿਆ ਜੀ। ਚਲੋ ਜੀ, ਗੱਲਬਾਤ ਕਰਾਂਗੇ ਕਿ ਸੰਸਦ ਮੈਂਬਰ ਪਰਨੀਤ ਕੌਰ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਪੱਤਰ ਲਿਖਿਆ, ਜਿਸ ਦੇ ਵਿੱਚ ਉਹਨਾਂ ਨੇ ਕਣਕ ਦੀ ਝਾੜ ਦੇ ਵਿੱਚ ਆਈ ਕਮੀ ਨੂੰ ਲੈ ਕੇ ਕਿਸਾਨਾਂ ਨੂੰ ਮੁਆਵਜ਼ੇ ਦੀ ਮੰਗ ਕੀਤੀ ਹੈ। ਦੇਖੋ, ਜਿਹੜਾ ਇਹ ਕਮੀ ਆਈ ਹੈਗੀ ਝਾੜ ਦੇ ਵਿੱਚ ਜੀ, ਇਹ ਤਾਪਮਾਨ ਦਾ ਅਗਾਊਂ ਵੱਧ ਜਾਣਾ ਉਸ ਕਰਕੇ ਹੈ। ਮਾਰਚ ਦੇ ਵਿੱਚ ਤਾਪਮਾਨ ਦਾ ਰਿਕਾਰਡ 122 ਸਾਲ ਪੁਰਾਣਾ ਟੁੱਟ ਗਿਆ। ਜੇ ਮੌਸਮ ਮਾਰਚ ਦੇ ਅਖੀਰ ਤੱਕ ਸੀਮਤ ਰਹੇ ਤਾਪਮਾਨ, ਤਾਂ ਕਣਕ ਦਾ ਝਾੜ ਵੱਧਦਾ ਹੁੰਦਾ ਹੈ ਜੀ। ਪਰ ਜੇ ਇਹ ਪਹਿਲੇ ਹੀ ਵੱਧ ਜਾਵੇ, ਜਿਵੇਂ ਐਕਤੀ ਵਧਿਆ, ਜਿਹੜਾ ਮੌਸਮ ਅਪ੍ਰੈਲ ਦੇ ਪਹਿਲੇ ਹਫ਼ਤੇ 'ਚ ਜਾ ਕੇ ਹੁੰਦਾ ਹੈ, ਉਹ 10 ਮਾਰਚ ਦੇ ਆਸ-ਪਾਸ ਜਾ ਵਧਿਆ। ਇਹਦਾ ਨੁਕਸਾਨ ਕੀ ਹੋਇਆ? ਕਣਕਾਂ ਦਾ ਝਾੜ ਘਟਿਆ। ਜਦੋਂ ਵਜਨ ਘਟ ਗਿਆ ਤੇ ਕਿਸਾਨਾਂ ਨੂੰ ਉਹਦਾ ਨੁਕਸਾਨ ਹੋਣਾ ਹੈ। ਕਿਸਾਨ ਜਥੇਬੰਦੀਆਂ, ਖਾਸ ਕਰ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਕਿ ਸਾਨੂੰ 1500 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਕਈ ਕਿਸਾਨ ਆਗੂ ਕਹਿੰਦੇ ਆ ਕਿ 500 ਰੁਪਇਆ ਪ੍ਰਤੀ ਕੁਇੰਟਲ ਬੋਨਸ ਦਿਓ ਜੀ। ਤੇ ਪਰਨੀਤ ਕੌਰ ਹੋਰਾਂ ਨੇ ਪਿੱਛੇ ਕਿਉਂ ਰਹਿਣਾ ਸੀ? ਉਹਨਾਂ ਨੇ ਵੀ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖਤੀ, ਆਪਣਾ ਫਰਜ਼ ਅਦਾ ਕਰਤਾ, ਰਲ ਮਿਲ ਕੇ 51 ਪਾਤੇ। ਉਹ ਕਹਿੰਦੇ ਕਿ ਖੇਤੀਬਾੜੀ ਮੰਤਰੀ ਜੀ,
ਮੌਸਮ ਦੀ ਮਾਰ ਪਈ ਹੈ, ਕਿਰਪਾ ਕਰਕੇ ਤੁਸੀਂ ਕਣਕ ਦੇ ਉੱਤੇ ਕਿਸਾਨਾਂ ਨੂੰ ਬੋਨਸ ਦਿਓ। ਜਾਓ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ ਇਕੱਠੇ ਹੋ ਕੇ ਔਰ ਕੇਂਦਰੀ ਮੰਤਰੀਆਂ ਤੋਂ ਕਿਸਾਨਾਂ ਲਈ ਲੈ ਕੇ ਆਓ ਬੋਨਸ। ਕਿਸਾਨ ਤਾਂ ਇਹਨਾਂ ਦੇ ਅਡਾਨੀਆਂ ਦੇ ਸੈਲੋਆਂ ਦੇ ਵਿੱਚ, ਡਗਰੂ ਪਿੰਡ ਦੇ ਵਿੱਚ ਜਾ ਕੇ ਸਿੱਧੀ ਕਣਕ ਉਤਾਰ ਰਹੇ ਨੇ। ਕਿਸਾਨ ਜਥੇਬੰਦੀਆਂ ਨੇ ਇਹ ਸਵਾਲ ਆਪਣੀ ਮੀਟਿੰਗ 'ਚ ਲਿਆ ਹੀ ਨਹੀਂ, ਇਹਨੂੰ ਸਮਝਿਆ ਹੀ ਨਹੀਂ ਕਿ ਇਹ ਗੰਭੀਰ ਮਾਮਲਾ ਹੈ। ਕੱਲ੍ਹ ਉਹਨਾਂ ਦੀ ਲੁਧਿਆਣੇ ਦੇ ਵਿੱਚ ਆਲਮਗੀਰ ਦੇ ਵਿੱਚ ਮੀਟਿੰਗ ਹੋਈ ਸੀ। ਸੋ ਇਹ ਬਹੁਤ ਗੰਭੀਰ ਮਾਮਲਾ ਹੈ ਔਰ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਸੀ। ਜੀ ਢਿੱਲੋਂ ਜੀ, ਅੱਜ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਸਤਵੀਰ ਸਿੰਘ ਬਾਲੀਆ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ, ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਮੋਰਚੇ ਦੀ ਹੋਂਦ ਇਸੇ ਤਰ੍ਹਾਂ ਬਰਕਰਾਰ ਰਹੇਗੀ ਤੇ ਕਿਸਾਨਾਂ ਦੇ ਮੁੱਦਿਆਂ ਤੇ ਇਸੇ ਤਰ੍ਹਾਂ ਸੰਘਰਸ਼ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ। ਦੇਖੋ, ਕਿਸਾਨਾਂ ਨੇ ਜਿਹੜਾ ਸੰਘਰਸ਼ ਕੀਤਾ ਉਹ ਤਾਂ ਕਰੀ ਜਾਣਾ ਜੀ, ਲੇਕਿਨ ਜਿਹੜੀਆਂ 16 ਕਿਸਾਨ ਜਥੇਬੰਦੀਆਂ ਨੇ ਇਹਨਾਂ ਨੇ ਸੰਯੁਕਤ ਸਮਾਜ ਮੋਰਚੇ ਨਾਲੋਂ ਆਪਣਾ ਨਾਤਾ ਤੋੜ ਲਿਆ। ਉਹਦੇ ਵਿੱਚ ਕਿਹੜੇ ਨੇ? ਰੁਲਦੂ ਸਿੰਘ ਮਾਨਸਾ ਨੇ, ਰਮਿੰਦਰ ਸਿੰਘ ਪਟਿਆਲਾ ਨੇ, ਦੂਜੇ ਪਾਸੇ ਮਨਜੀਤ ਸਿੰਘ ਰਾਏ ਨੇ, ਮਨਜੀਤ ਸਿੰਘ ਕਾਦੀਆਂ ਨੇ, ਇਹ ਸਾਰੇ ਹੋਰ ਨੇ। ਇੱਕ ਤਾਲਮੇਲ ਕਮੇਟੀ ਵੀ ਬਣਾਈ ਹੈ 4 ਜਾਂ 5 ਮੈਂਬਰਾਂ ਦੀ, ਜਿਹੜੀ ਆਪਸ ਵਿੱਚ ਦੀ ਤਾਲਮੇਲ ਬਿਠਾਏਗੀ। ਜੀ, ਨਜ਼ਰ ਆ ਰਿਹਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਕਿਸਾਨੀ ਦੇ ਉੱਤੇ ਫਿਰ ਮੋਰਚਾ ਲੱਗ ਸਕਦਾ ਹੈ, ਕਿਉਂਕਿ ਸਰਕਾਰ ਗੰਭੀਰ ਨਹੀਂ। ਸਰਕਾਰ ਨੇ ਇਹਨਾਂ ਦਾ ਇੱਕ ਮੈਂਬਰ ਹੈ ਨੀਤੀ ਆਯੋਗ ਦਾ, ਰਮੇਸ਼ ਚੰਦਰ, ਉਹਨੇ ਇੱਕ ਬਿਆਨ ਛੱਡਤਾ ਕਿ ਮੈਂ ਇਹ ਕਾਨੂੰਨ ਤਾਂ ਬਹੁਤ ਵਧੀਆ ਸੀ, ਸੁਧਾਰ ਲਿਆਂਦੇ ਬਿਨਾਂ ਖੇਤੀ ਦੇ ਵਿੱਚ ਇਹਨੂੰ ਲਾਹੇਵੰਦ ਨਹੀਂ ਬਣਾਇਆ ਜਾ ਸਕਦਾ। ਕਿਸਾਨਾਂ ਦੀ ਮੰਗ ਸੀ ਕਿ ਇਹਨਾਂ ਨੇ 2013 'ਚ ਕਿਹਾ ਸੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ, ਉਹ ਦੁੱਗਣੀ ਤਾਂ ਹੋਈ ਨਹੀਂ। 14 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਆਈ ਨੂੰ। ਇਹ ਕਹਿੰਦੇ ਸੀ ਜੇ ਅਸੀਂ ਆ ਗਏ ਜੀ ਲਾਗੂ ਕਰ ਦੇਵਾਂਗੇ, ਤੁਸੀਂ ਤਾਂ ਦੂਜੀ ਵਾਰ ਆ ਗਏ। ਤੇ ਉਹ ਰਿਪੋਰਟ ਜਿਉਂਦੀ ਤਿਉਂ ਪਈ ਹੈ। ਬਿਲਕੁਲ ਜੀ। ਇਸ ਕਰਕੇ ਇਹ ਗੱਲਾਂ ਮਾਰਦੇ ਨੇ। ਉਲਟਾ ਕੀ ਹੋਇਆ? ਫਸਲਾਂ ਤੇ ਜਿਹੜੀ ਲਾਗਤ ਆਉਂਦੀ ਹੈ ਉਹਦੇ ਭਾਅ ਵੱਧ ਗਏ। ਫਸਲਾਂ ਦੀ ਆਮਦਨ ਕਿਸਾਨਾਂ ਦੀ ਦੁੱਗਣੀ ਨਹੀਂ ਕੀਤੀ, ਕਿਸਾਨਾਂ ਦੀ ਲਾਗਤ ਦੁੱਗਣੇ ਤੋਂ ਵੀ ਵੱਧ ਕਰਤੀ। ਕਿਸਾਨ ਕਹਿੰਦੇ ਨੇ ਕਿ ਤੁਸੀਂ ਸਾਨੂੰ ਕੀਮਤ ਸੂਚਕਾਂਕ ਦੇ ਨਾਲ ਜੋੜ ਦਿਓ, ਜਿਵੇਂ ਜਿਵੇਂ ਇਨਪੁੱਟ ਦਾ ਭਾਅ ਵਧੇ ਉਸ ਹਿਸਾਬ ਨਾਲ ਸਾਡਾ ਜਿਹੜਾ ਫਸਲਾਂ ਦਾ ਭਾਅ ਵੀ ਵਧੇ। ਨਾ ਸਵਾਮੀਨਾਥਨ ਦੀ ਰਿਪੋਰਟ ਯਾਦ ਆਈ ਆ ਹੁਣ ਇਹਨਾਂ ਨੂੰ। ਉਸ ਵੇਲੇ MSP ਬਾਰੇ ਪ੍ਰਧਾਨ ਮੰਤਰੀ ਸਾਹਿਬ ਕਮੇਟੀ ਦੇ ਮੈਂਬਰ ਸੀ, ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਤੇ ਸਭ ਤੋਂ ਮੂਹਰੇ ਕਹਿੰਦੇ ਸੀ ਕਿ ਇਹ ਲਾਗੂ ਹੋਣੀ ਚਾਹੀਦੀ ਹੈ। ਤੇ ਜਦੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਹਿ ਕੇ ਭੁੱਲ ਗਏ। ਕਰੋ ਪ੍ਰਗਟ ਸਿੰਘ ਦੀ ਗੱਲ ਯਾਦ ਜੋ ਵਿਧਾਨ ਸਭਾ 'ਚ ਕਹੀ ਸੀ ਸਦਮਾ ਸਾਹਿਬ ਨੂੰ ਕਿ ਇਹ ਕੁਰਸੀ ਦਾ ਹੀ ਅਸਰ ਹੈ, ਜਿਹੜੀਆਂ ਗੱਲਾਂ ਤੁਸੀਂ ਇੱਥੇ ਖੜ ਕੇ ਕਹਿੰਦੇ ਹੁੰਦੇ ਸੀ ਅੱਜ ਬਦਲ ਗਏ ਹੋ। ਸੋ ਕਿਸਾਨਾਂ ਦੇ ਨਾਲ ਗੰਭੀਰਤਾ ਨਾਲ ਨਜਿੱਠਣ ਦੀ ਜ਼ਰੂਰਤ ਹੈ। ਜੀ, ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਦੇਖਿਆ ਜਾ ਰਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਵੀ ਕੀਤੇ ਜਾ ਰਹੇ ਨੇ। ਉੱਥੇ ਜੇਕਰ ਗੱਲ ਕੀਤੀ ਜਾਵੇ, ਹਾਲ ਦੇ ਵਿੱਚ ਰਾਹੁਲ ਗਾਂਧੀ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਸਿੱਧੇ ਤੌਰ ਤੇ BJP ਤੇ ਨਿਸ਼ਾਨੇ ਸਾਧੇ ਨੇ। ਉਹਨਾਂ ਦਾ ਕਹਿਣਾ ਹੈ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਤੇ ਬੁਲਡੋਜ਼ਰ ਚਲਾਉਣਾ ਚਾਹੀਦਾ, ਪਰ BJP ਦੇ ਬੁਲਡੋਜ਼ਰ ਤੇ ਨਫ਼ਰਤ ਸਵਾਰ ਹੈ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਕਰਤੀ ਹੈ ਉਹਨਾਂ ਨੇ ਜੀ, ਕਿ BJP ਹਰ ਖੇਤਰ ਦੇ ਵਿੱਚ, ਦਿੱਲੀ ਯੂਨੀਵਰਸਿਟੀ ਹੋਵੇ, UP ਹੋਵੇ, ਬਿਹਾਰ ਹੋਵੇ, ਕੋਈ ਹੋਰ ਰਾਜ ਹੋਵੇ। ਆ ਤਾਜ਼ਾ ਸਥਿਤੀ ਤੁਸੀਂ ਲਖੀਮਪੁਰ ਖੀਰੀ ਦੀ ਦੇਖ ਲਈ ਹੈ, ਜਿੱਥੇ ਗਵਾਹ ਹਰਦੀਪ ਸਿੰਘ ਦੇ ਉੱਤੇ ਹਮਲਾ ਕੀਤਾ ਗਿਆ ਜੀ। ਸੋ ਅਜੀਬ ਕਿਸਮ ਦਾ ਹੈ। ਉਹਨਾਂ ਨੇ ਕਿਹਾ ਵੀ ਇਹ ਨਫ਼ਰਤ ਦਾ ਬੀਜ ਬੀਜ ਕੇ ਦੇਸ਼ ਨੂੰ ਵੰਡ ਕੇ ਫਿਰ ਰਾਜ ਕਰਨਾ ਚਾਹੁੰਦੇ ਨੇ, ਜਿਹੜਾ ਕਿ ਮੰਦਭਾਗਾ ਹੈ। 1980 ਦੇ ਵਿੱਚ 6 ਅਪ੍ਰੈਲ 1980 ਨੂੰ ਭਾਰਤੀ ਜਨਤਾ ਪਾਰਟੀ ਜਨਸੰਘ ਦੀ ਥਾਂ ਤੇ ਹੋਂਦ 'ਚ ਆਈ ਸੀ। 1980 ਤੋਂ ਹੁਣ ਤੱਕ ਲਾ ਲਓ ਤੁਸੀਂ ਕਿ 42 ਸਾਲ ਹੋ ਗਏ ਇਹਨਾਂ ਨੂੰ।
6 ਅਪ੍ਰੈਲ ਨੂੰ ਇਹਨਾਂ ਨੇ ਵਰ੍ਹੇਗੰਢ ਬਣਾਈ ਹੈ ਆਪਣੀ। ਜੀ ਸੋ ਇਹ ਜਿਹੜਾ ਕੁਛ ਹੈਗਾ ਰੀਨਾ, ਉਹ ਸਾਰੇ ਦਾ ਸਾਰਾ ਜਿਹੜਾ ਮਾਮਲਾ ਹੈ ਇਹ ਕਾਫੀ ਗੰਭੀਰ ਹੈ। ਸਵਾਲ ਬੜਾ ਉੱਚ ਉਠਾਇਆ ਰਾਹੁਲ ਗਾਂਧੀ ਸਾਹਿਬ ਨੇ, ਤੇ ਬੀਜੇਪੀ ਦੇ ਆਗੂਆਂ ਨੂੰ ਕੁਝ ਹੁਣ ਸੋਚਣਾ ਚਾਹੀਦਾ ਹੈ। ਜੀ ਲਖੀਮਪੁਰ ਖੀਰੀ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿੱਥੇ ਦੋਸ਼ੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਦੇਖਿਆ ਜਾ ਰਿਹਾ ਕਿ ਜਿਹੜੇ ਇਸ ਦੇ ਗਵਾਹ ਨੇ ਉਹ ਵੀ ਕਿਤੇ ਨਾ ਕਿਤੇ ਹੁਣ ਸੁਰੱਖਿਅਤ ਨਹੀਂ ਜਾਪਦੇ। ਹਾਲ ਹੀ ਦੇ ਵਿੱਚ ਇੱਕ ਗਵਾਹ ਦੇ ਉੱਤੇ ਹਮਲਾ ਕੀਤਾ ਗਿਆ, ਜਿਸ ਦੀ ਤਸਵੀਰ ਵਕੀਲ ਦੇ ਵੱਲੋਂ ਆਪਣੇ ਸੋਸ਼ਲ ਅਕਾਊਂਟ ਤੇ ਸ਼ੇਅਰ ਕੀਤੀ ਗਈ ਹੈ। ਦੇਖੋ, ਜਿਹੜੇ ਉਹ ਵਕੀਲ ਸਾਹਿਬ ਨੇ ਉਹਨਾਂ ਨੇ ਸ਼ੇਅਰ ਕੀਤੀ ਹੈ, ਕਹਿੰਦੇ ਕਿ ਲਖੀਮਪੁਰ ਖੀਰੀ ਦਾ ਇਹ ਉਹ ਬੰਦਾ ਹੈ ਹਰਦੀਪ ਸਿੰਘ, ਜਿਹੜਾ ਉਸ ਵੇਲੇ ਦਾ ਚਸ਼ਮਦੀਦ ਹੈ ਜੀ। ਉਹ ਕਹਿੰਦਾ ਵੀ 2 ਕਾਰਾਂ ਦੇ ਵਿੱਚ ਬੰਦੇ ਆਉਂਦੇ ਆ, ਉਹਨੇ ਸ਼ਬਦ ਵਰਤਿਆ ਕਿ ਬੀਜੇਪੀ ਦੇ ਕਥਿਤ ਗੁੰਡੇ ਆ, ਸਾਨੂੰ ਨਹੀਂ ਪਤਾ ਕੌਣ ਹੈ। ਉਹ ਕਹਿੰਦੇ ਵੀ ਜੇ ਤੂੰ ਗਵਾਹੀ ਦਿੱਤੀ ਤੇ ਫਿਰ ਤੂੰ ਦੇਖੀ ਤੇਰੇ ਨਾਲ ਵਾਪਰਦਾ ਕੀ ਹੈ। ਮਾਨਯੋਗ ਸੁਪਰੀਮ ਕੋਰਟ ਕਹਿ ਚੁੱਕੀ ਹੈ ਯੂਪੀ ਦੀ ਸਰਕਾਰ ਨੂੰ ਕਿ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਆ ਯਕੀਨੀ ਹੈ। ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ, ਉਹ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਹੈ। ਕੀ ਰਿਪੋਰਟ ਦਿੱਤੀ ਹੈ ਕਿ ਆਸ਼ੀਸ਼ ਮਿਸ਼ਰਾ ਬਾਹਰ ਰਹਿ ਕੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਵੱਡੇ ਬਾਪ ਦੀ ਵੱਡੀ ਔਲਾਦ ਹੈ। ਅਜੇ ਤੱਕ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਉਹ ਤੋਂ ਅਸਤੀਫਾ ਹੀ ਨਹੀਂ ਲਿਆ। ਸੋ ਜੇ ਗੱਲ ਕਰੀਏ ਆਪਾਂ ਇਸ ਮਾਮਲੇ ਦੇ ਵਿੱਚ, ਹੁਣ ਅਗਲੇ ਦਿਨਾਂ ਦੇ ਵਿੱਚ ਇਹਦੀ ਪੇਸ਼ੀ ਹੈ। ਸੁਪਰੀਮ ਕੋਰਟ ਉਹਦੇ ਵਿੱਚ ਕੀ ਫੈਸਲਾ ਕਰਦਾ, ਇਸੇ ਮਹੀਨੇ ਹੈ ਕਿ ਇਹਨੂੰ ਜ਼ਮਾਨਤ ਤੇ ਬਾਹਰ ਰੱਖਣਾ ਹੈ ਜਾਂ ਇਹਦੀ ਜ਼ਮਾਨਤ ਰੱਦ ਕਰਕੇ। ਪਰ ਜਿਹੜੀ ਇਹ ਘਟਨਾ ਵਾਪਰ ਗਈ ਹੈ, ਜੇ ਇਹਦੇ ਲਖੀਮਪੁਰ ਖੀਰੀ ਕਿਸਾਨਾਂ ਵਾਲੇ ਵਕੀਲਾਂ ਨੇ ਇਹ ਸਾਰਾ ਮਾਮਲਾ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਰੱਖ ਦਿੱਤਾ, ਤਾਂ ਇਹਨੂੰ ਅਜੇ ਮਿਸ਼ਰਾ ਟੋਨੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਲੈਣੇ ਦੇ ਦੇਣੇ ਵੀ ਪੈ ਸਕਦੇ। ਜੀ ਢਿੱਲੋਂ ਜੀ, ਜਦੋਂ ਦਾ ਸੁਨੀਲ ਜਾਖੜ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ, ਲਗਾਤਾਰ ਦੇਖਿਆ ਜਾ ਰਿਹਾ ਕਿ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ। ਵਿਰੋਧੀ ਪਾਰਟੀ ਦੇ ਵੱਲੋਂ ਨਵੇਂ ਤੋਂ ਨਵੇਂ ਤੰਜ ਕੱਸੇ ਜਾ ਰਹੇ ਨੇ। ਹਾਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਵੀ ਤੰਜ ਕੱਸਣ ਤੋਂ ਪਿੱਛੇ ਨਹੀਂ ਰਹੇ। ਉਹਨਾਂ ਦਾ ਕਹਿਣਾ ਕਿ ਮੁੱਖ ਮੰਤਰੀ ਨਾ ਬਣਨ ਕਰਕੇ ਜਾਖੜ ਸਦਮੇ ਦੇ ਵਿੱਚ ਨੇ। ਕੱਲ ਇਹ ਤਰਨਤਾਰਨ ਤੇ ਅੰਮ੍ਰਿਤਸਰ ਵਾਲੇ ਪਾਸੇ ਨੂੰ ਗਏ ਸੀ ਜੀ। ਕਹਿੰਦੇ ਟੁੱਟੀਆਂ ਬਾਹਾਂ ਗੱਲ ਨੂੰ ਆਉਂਦੀਆਂ ਨੇ, ਤੇ ਇੱਥੇ ਸਿਆਸਤ ਦੇ ਵਿੱਚ ਕੁਝ ਨਹੀਂ ਪਤਾ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਕਿੰਨਾ ਚਿਰ ਬਾਦਲ ਸਾਹਿਬ ਨੂੰ ਗਾਲਾਂ ਕੱਢਦੇ ਰਹੇ, ਜਦੋਂ ਸ਼ਾਮਲ ਹੋਏ ਤਾਂ ਬਜ਼ੁਰਗ ਪੱਤਰਕਾਰ ਨੇ ਸਵਾਲ ਪੁੱਛ ਲਿਆ ਜੀ ਕਿ ਬਾਦਲ ਸਾਹਿਬ ਇਹ ਤਾਂ ਗਾਲਾਂ ਗੂਲਾਂ ਬਹੁਤ ਕੱਢੀਆਂ ਸੀ, ਤੇ ਜਿਵੇਂ ਢੀਠਤਾ ਹੁੰਦੀ ਹੈ ਸਿਆਸੀ ਲੋਕਾਂ 'ਚ, ਉਹ ਕਾਕਾ ਗਾਲਾਂ ਮੈਨੂੰ ਕੱਢੀਆਂ ਸੀ, ਤੁਹਾਨੂੰ ਥੋੜ੍ਹੀ ਕੱਢੀਆਂ ਨੇ, ਛੱਡੋ ਤੁਸੀਂ ਇਸ ਗੱਲ ਨੂੰ। ਆਹ ਸੁਖਬੀਰ ਸਿੰਘ ਦੀ ਜਿਹੜੀ ਫੋਟੋ ਛਪੀ ਅੱਜ ਅਖਬਾਰਾਂ ਦੇ ਵਿੱਚ, ਉਸੇ ਬ੍ਰਹਮਪੁਰੇ ਦੇ ਪੈਰੀਂ ਹੱਥ ਲਾ ਰਹੇ ਨੇ, ਤੇ ਜਿਹੜੇ ਬ੍ਰਹਮਪੁਰੇ ਨੇ ਮਾਈਕ ਪਰੇ ਕਰਕੇ ਚੈਨਲਾਂ ਦਾ ਵੱਡੀ ਸਾਰੀ ਗਾਲ ਕੱਢੀ ਸੀ, ਜਿਹੜੀ ਆਪਾਂ ਇਸ ਚੈਨਲ ਦੇ ਮਾਧਿਅਮ ਦੇ ਜ਼ਰੀਏ ਕਹਿ ਨਹੀਂ ਸਕਦੇ। ਬਿਲਕੁਲ ਜੀ। ਸੋ ਇਹਨਾਂ ਦਾ ਕੋਈ ਦੀਨਮਾਨ ਨਹੀਂ। ਉਹਨਾਂ ਨੇ ਇੱਕ ਸਵਾਲ ਤੇ ਤੰਜ ਕੱਸਤਾ ਕਿ ਜਦੋਂ ਤੋਂ ਸੁਨੀਲ ਜਾਖੜ ਕਹਿੰਦਾ ਵੀ 42 MLA ਦੀ ਮੈਨੂੰ ਸਪੋਰਟ ਹਾਸਲ ਸੀ, ਕਾਂਗਰਸ ਨੇ ਉਹਨੂੰ ਮੁੱਖ ਮੰਤਰੀ ਨਹੀਂ ਬਣਾਇਆ, ਤਾਂ ਜਿਹੜੇ ਇਹ ਜਾਖੜ ਸਾਹਿਬ ਨੇ ਉਹ ਤਵੱਜੋ ਖੋ ਗਏ, ਦਿਮਾਗੀ ਸੰਤੁਲਨ ਖੋ ਬੈਠੇ ਨੇ। ਇਹ ਪੋਲੀਟੀਕਲ ਹੈ। ਪੋਲੀਟੀਕਲ ਨੇ ਇੱਕ ਦੂਜੇ ਦੇ ਉੱਤੇ ਇਸ ਤਰ੍ਹਾਂ ਦੀਆਂ ਸਿੱਠਣੀਆਂ ਕਰਦੇ ਰਹਿਣਾ। ਜੀ ਢਿੱਲੋਂ ਜੀ, ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਸੀ ਕਿ ਕੋਲੇ ਦੀ ਘਾਟ ਦੇ ਆਉਣ ਕਰਕੇ ਬਿਜਲੀ ਦਾ ਸੰਕਟ ਪੈਦਾ ਹੋ ਸਕਦਾ, ਤਾਂ ਜੇਕਰ ਗੱਲ ਕੀਤੀ ਜਾਵੇ ਕੋਲੇ ਦੀ ਘਾਟ ਦੇ ਕਾਰਨ ਗੋਇੰਦਵਾਲ ਸਾਹਿਬ ਸਥਿਤ GVK ਥਰਮਲ ਪਲਾਂਟ ਆ ਉਹ ਬੰਦ ਹੋ ਗਿਆ। ਇਹ ਜਿਹੜਾ ਗੋਇੰਦਵਾਲ ਸਾਹਿਬ ਦਾ ਤਾਪ ਬਿਜਲੀ ਘਰ ਹੈ, 550 ਮੈਗਾਵਾਟ ਬਿਜਲੀ ਪੈਦਾ ਕਰਦਾ ਇਹ GVK ਜੀ। ਇਹ ਪਹਿਲਾਂ ਤਾਂ ਇਹਦੇ ਬਣਨ ਦੇ ਵਿੱਚ ਹੀ ਬੜਾ ਕੁਝ ਪਿਆ, 3-4 ਵਾਰੀ ਇਹਦੇ ਸਮਝੌਤੇ ਰਿਨਿਊ ਕਰਨੇ ਪਏ। ਮਤਲਬ ਬਿਨਾਂ ਹੋਂਦ 'ਚ ਆਉਣ ਦੇ, ਬਿਨਾਂ ਚਾਲੂ ਹੋਣ ਤੋਂ ਪਹਿਲਾਂ ਹੀ ਇਹ ਕਈ ਵਾਰ ਵਿਵਾਦਾਂ 'ਚ ਰਿਹਾ ਜੀ। ਇਹਦੀ ਕੀਮਤ ਹੀ ਵੱਧ ਗਈ, ਤਾਂ ਉੱਥੇ ਕੋਲਾ ਖਤਮ ਹੋ ਗਿਆ।
ਅਜੇ ਕੱਲ੍ਹ ਹੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਬਿਆਨ ਦਿੱਤਾ ਸੀ ਕਿ ਮੈਨੂੰ ਕੇਂਦਰੀ ਕੋਲਾ ਮੰਤਰੀ ਨੇ ਵਿਸ਼ਵਾਸ ਦਿਵਾਤਾ ਕਿ ਤੁਹਾਨੂੰ ਬਣਦਾ ਕੋਲਾ ਦਿੱਤਾ ਜਾਵੇਗਾ। ਪਰ ਜਿਹੜੇ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਚੱਲ ਰਹੀ ਹੈ ਤਾਂ ਕੇਂਦਰ ਦੀ ਸਰਕਾਰ ਦੀ ਗੱਲਾਂ ਤੋਂ ਸਪਸ਼ਟ ਹੁੰਦਾ ਹੈ, ਪੰਜਾਬ ਵਾਸੀਓ, ਸਰਕਾਰ ਜੀ ਦੀ ਮਰਜ਼ੀ ਹੋਵੇ ਪਰ ਕੇਂਦਰ ਸਰਕਾਰ ਨੇ ਜੋ ਰਵੱਈਆ ਪੰਜਾਬ ਪ੍ਰਤੀ ਇਖਤਿਆਰ ਕਰ ਲਿਆ, ਉਹ ਆਉਣ ਵਾਲਾ ਸਮਾਂ ਬਹੁਤ ਔਖਾ ਹੈ। ਝੋਨੇ ਦਾ ਸੀਜ਼ਨ ਤੇ ਗਰਮੀ ਦਾ ਸੀਜ਼ਨ ਨਿਪਟਣਾ ਪੰਜਾਬ ਲਈ ਕਾਫੀ ਮੁਸ਼ਕਲਾਂ ਭਰਿਆ ਹੋਵੇਗਾ। ਕੇਂਦਰ ਸਰਕਾਰ ਨੇ ਵਾਧੂ ਬਿਜਲੀ ਦੇਣ ਤੋਂ ਵੀ ਹੱਥ ਖਿੱਚ ਲਏ ਨੇ ਤੇ ਕੋਲਾ ਇਹਨਾਂ ਨੂੰ ਪੂਰਾ ਮਿਲਣਾ ਨਹੀਂ। ਉਹਦਾ ਤਾਜ਼ਾ ਜੀਵੀਕੇ ਗੋਇੰਦਵਾਲ ਸਾਹਿਬ ਦਾ ਤਾਂ ਬਿਜਲੀ ਘਰ ਬੰਦ ਹੋ ਗਿਆ ਕੋਲੇ ਦੇ ਪੱਖੋਂ। ਜੇ ਕੋਲਾ ਨਾ ਮਿਲਿਆ ਤਾਂ ਕਿੱਥੋਂ ਮਿਲੇਗਾ ਸਾਰਾ ਕੁਝ। ਮਾਹਰ ਆਖ ਰਹੇ ਨੇ ਕਿ ਸਾਨੂੰ ਸੌਰ ਊਰਜਾ ਵੱਲ ਜਾਣਾ ਚਾਹੀਦਾ ਹੈ। ਇੱਥੇ ਤਾਂ ਬਿਜਲੀ ਬੋਰਡ ਦੇ ਉੱਤੇ ਸਬਸਿਡੀਆਂ ਦਾ ਬੋਝ ਹੀ ਇੰਨਾ ਪਾਤਾ ਕਿ 17,000 ਕਰੋੜ ਇਹਨਾਂ ਸਿਆਸਤਦਾਨਾਂ ਦੀਆਂ ਨੀਤੀਆਂ ਕਾਰਨ ਬਿਜਲੀ ਬੋਰਡ ਤੇ ਕਰਜ਼ਾ ਚੜ੍ਹ ਗਿਆ। 500 ਕਰੋੜ ਹੋਰ ਚੜ੍ਹਨ ਨੂੰ ਫਿਰਦਾ ਹੈ। 2006 ਦੇ ਵਿੱਚ ਜਿਹੜਾ ਬਿਜਲੀ ਬੋਰਡ ਇੱਕ ਵਾਰੀ ਮੁਨਾਫੇ 'ਚ ਆ ਗਿਆ ਸੀ ਤੇ ਹੁਣ ਘਾਟੇ 'ਚ ਕਿਉਂ ਜਾ ਰਿਹਾ ਹੈ? ਇਹਦਾ ਮਤਲਬ 2006 ਦੇ ਅਖੀਰ 'ਚ ਹੀ ਕੈਪਟਨ ਅਮਰਿੰਦਰ ਸਿੰਘ ਨੇ ਦੁਬਾਰਾ ਬਿਜਲੀ ਦੇ ਬਿੱਲ ਲਾਤੇ ਸੀ। ਇਹ ਜਿਹੜੀਆਂ ਸਬਸਿਡੀਆਂ ਦੇ ਰਹੇ ਨੇ, ਆ 200 ਯੂਨਿਟ ਇਹਨੂੰ ਮਾਫ ਕਰ ਦਿਓ, 300 ਯੂਨਿਟ ਇਹਨੂੰ ਕਰ ਦਿਓ, ਕਿ ਹੋਰ ਵੀ ਕਹੀ ਜਾਂਦੇ ਹੈ। ਤੇ ਸਥਿਤੀ ਤਾਂ ਤੁਹਾਡੀ ਇਹ ਬਣੀ ਵੀ ਹੈ ਕਿ ਘਰ ਦਾਣੇ ਦੀ ਮਾਂ ਪੀਣ ਚੱਲੀ ਹੈ। ਸੋ ਪੰਜਾਬੀਓ, ਬਿਜਲੀ ਦੇ ਮਾਮਲੇ ਦੇ ਵਿੱਚ ਜਿਹੜੇ ਵੱਡੇ ਵੱਡੇ ਕੱਟ ਇਸ ਵੇਲੇ ਦਿਹਾਤੀ ਖੇਤਰ 'ਚ ਲੱਗ ਰਹੇ ਨੇ, ਕਈ ਹੋਰਨਾਂ ਖੇਤਰਾਂ 'ਚ ਲੱਗ ਰਹੇ ਨੇ, ਇਹੀ ਕੱਟ ਸ਼ਹਿਰਾਂ ਦੇ ਵਿੱਚ ਵੀ ਲੱਗਣਗੇ। ਸੋ ਉਡੀਕੋ ਕਿ ਹੋਣਾ ਕੀ ਹੈ। ਇਹ ਇੱਕ ਟ੍ਰੇਲਰ ਹੈ। ਜਿਹੜੇ ਨਿੱਜੀ ਖੇਤਰ ਦੇ ਤਾਪ ਬਿਜਲੀ ਘਰ ਨੇ ਪੰਜਾਬ ਦੇ, ਕੋਲੇ ਦੇ ਬੱਦਲ ਉੱਥੇ ਵੀ ਮੰਡਰਾ ਰਹੇ ਨੇ। ਇੱਕ ਬਿਜਲੀ ਘਰ ਦਾ ਭੋਗ ਪਾਤਾ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਤੇ 2019 'ਚ। ਜਿਹੜਾ ਤਾਪ ਬਿਜਲੀ ਘਰ 1969 ਦੇ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਸ਼ੁਰੂ ਕੀਤਾ ਸੀ ਜੀ, ਤੇ ਉਹਦਾ 50 ਸਾਲਾਂ ਦੇ ਵਿੱਚ ਇਹਨਾਂ ਨੇ ਭੋਗ ਪਾਤਾ। 750 ਕਰੋੜ ਰੁਪਈਆ ਪਿਛਲੀ ਅਕਾਲੀ ਭਾਜਪਾ ਸਰਕਾਰ ਉਹਦੇ ਤੇ ਖਰਚ ਕੇ ਗਈ ਸੀ। ਉਹਦਾ ਜ਼ਿੰਮੇਵਾਰ ਕੌਣ ਹੈ ਜੀ? ਇਹ 750 ਕਰੋੜ ਪੰਜਾਬ ਦੇ ਲੋਕਾਂ ਦਾ ਟੈਕਸ ਇਸੇ ਤਰ੍ਹਾਂ ਕਰਨਾ ਸੀ। ਆ ਮਨਪ੍ਰੀਤ ਸਿੰਘ ਬਾਦਲ ਕਹਿੰਦਾ ਸੀ ਮੇਰੇ ਹੁੰਦਿਆਂ ਇਹ ਤਾਪ ਬਿਜਲੀ ਘਰਾਂ ਦੇ ਵਿੱਚੋਂ ਚਿਮਨੀਆਂ 'ਚੋਂ ਧੂੰਆਂ ਨਹੀਂ ਬੰਦ ਹੋਵੇਗਾ, ਤੇ ਹੁਣ ਉਧਰ ਨੂੰ ਮੂੰਹ ਹੀ ਨਹੀਂ ਕਰਦਾ। ਕੋਈ ਬੰਦਾ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ PIL ਪਾਵੇ, ਜਿਹਦੇ ਵਿੱਚ ਪੁੱਛੇ ਇਹਨਾਂ ਨੂੰ ਕਿ ਦੋਨਾਂ ਦੇ ਵਿੱਚੋਂ ਕਿਹੜੀ ਸਰਕਾਰ ਸਹੀ ਹੈ, ਜਿਨ੍ਹਾਂ ਨੇ 750 ਕਰੋੜ ਰੁਪਈਆ ਖਰਚਿਆ ਤੇ ਜਾਂ ਜਿਨ੍ਹਾਂ ਨੇ ਆ ਕੇ ਉਹਨੂੰ ਬੰਦ ਕਰਤਾ। ਇਹ ਇਹਨਾਂ ਦੀ ਨਿੱਜੀ ਜੇਬ ਦੇ ਵਿੱਚੋਂ ਵਸੂਲਿਆ ਜਾਣਾ ਚਾਹੀਦਾ ਵਿਆਜ ਸਮੇਤ। ਇਹਨਾਂ ਨੇ ਪੰਜਾਬੀਆਂ ਦੇ ਨਾਲ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਟਿੱਚ ਸਮਝਦੇ ਹੈ। ਇਸੇ ਕਰਕੇ ਪੰਜਾਬ ਨੇ ਇਸ ਵਾਰ ਇਹਨਾਂ ਦੋਨਾਂ ਨੂੰ ਬਾਹਰ ਦਾ ਰਸਤਾ ਤੋੜਤਾ। ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੇ ਕੀਤੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ, ਮਿਹਰਬਾਨੀ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।